अस्सलाम वालेकुम शानी जट वीलॉग ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ ਜਿਹੜੇ ਪਹਿਲੀ ਵਾਰੀ ਮੇਰਾ ਵੀਲੌਗ ਦੇਖ ਰਹੇ ਨੇ ਉਹਨਾਂ ਕੋਲੋਂ ਦਰਖਾਸਤ ਹੈ ਕਿ ਮੇਰਾ ਵੀਲੌਗ ਐਂਡ ਤੱਕ ਦੇਖਣ ਤੇ ਜੇ ਤੁਹਾਨੂੰ ਪਸੰਦ ਆਏ ਤੇ ਇਹਨੂੰ ਲਾਈਕ ਤੇ ਸ਼ੇਅਰ ਵੀ ਕਰੋ, ਸਬਸਕ੍ਰਾਈਬ ਕਰੋ ਤੇ ਜਿਹੜਾ ਘੰਟੀ ਦਾ ਨਿਸ਼ਾਨ ਹੈ ਉਹਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚ ਸਕੇ। ਖਬਰਾਂ ਤੱਕ ਆਉਂਦੇ ਹਾਂ ਜਨਾਬ। ਕੁਛ ਖਬਰਾਂ ਹੈਗੀਆਂ ਨੇ। ਇੱਕ ਖਬਰ ਹੈਗੀ ਹੈ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਦੇ ਹਵਾਲੇ ਨਾਲ ਕਿ ਇੱਕ ਸਰਵੇ ਕੀਤਾ ਗਿਆ ਹੈ ਅਤੇ ਉਹਦੇ ਵਿੱਚ ਆਵਾਮ ਨੇ ਆਪਣੀ ਰਾਏ ਦਾ ਇਜ਼ਹਾਰ ਕੀਤਾ ਹੈ। ਦੂਸਰੀ ਖਬਰ ਹੈਗੀ ਹੈ ਅਮਰੀਕਾ ਅਤੇ ਈਰਾਨ ਦੇ ਹਵਾਲੇ ਨਾਲ ਕਿ ਜਿਹੜੇ ਮੁਜ਼ਾਕਰਾਤ ਨਾਕਾਮ ਹੋਏ ਨੇ ਜਾਂ ਕਾਮਯਾਬ ਹੋਏ ਨੇ ਅਤੇ ਹੁਣ ਅੱਗੇ ਕੀ ਸੂਰਤ ਹਾਲ ਹੈ ਉਹਦੇ ਉੱਤੇ ਜਿਹੜਾ ਨਾ ਰੋਸ਼ਨੀ ਪਾਵਾਂਗੇ। ਫਿਰ ਆਪਣੇ ਤੀਸਰੀ ਖਬਰ ਹੈਗੀ ਹੈ ਜਿਹੜੇ ਇੰਗਲੈਂਡ ਦੇ ਜਿਹੜੇ ਵਜ਼ੀਰ ਆਜ਼ਮ ਹੈਗੇ ਨੇ ਜਿਹੜੇ ਸਟਾਰਮਰ ਸਾਹਿਬ ਨੇ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਹੈ ਅਤੇ ਉਹਦੇ ਉੱਤੇ ਵੀ ਜਿਹੜਾ ਨਾ ਆਪਣੇ ਖਿਆਲਾਤ ਦਾ ਇਜ਼ਹਾਰ ਕਰਾਂਗੇ। ਆਉਂਦੇ ਹਾਂ ਮਰੀਮ ਨਵਾਜ਼ ਸਾਹਿਬਾ ਦੀ ਹਕੂਮਤ ਦੇ ਉੱਤੇ ਕਿ ਜਦੋਂ ਦੇ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਵਜ਼ੀਰ ਆਲਾ ਬਣੇ ਨੇ ਅਤੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੀ ਪਰਫੋਰਮੈਂਸ ਪਿਛਲੇ 2 ਸਾਲ ਤੋਂ ਕਿ ਕਿਸ ਤਰ੍ਹਾਂ ਜਿਹੜੀ ਨਾ ਦਿਨ ਬ ਦਿਨ ਉਹ ਇੰਪਰੂਵ ਕਰ ਰਹੀ ਹੈ, ਦਿਨ ਬ ਦਿਨ ਜਿਹੜੀ ਹੈ ਉਹ ਆਵਾਮ ਵਾਸਤੇ ਖੁਸ਼ਹਾਲੀ ਲੈ ਕੇ ਆ ਰਹੇ ਨੇ। ਠੀਕ ਹੈ। ਅੱਛਾ, ਤੁਸੀਂ ਦੇਖੋਗੇ ਕਿ ਜਦੋਂ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੂੰ ਨੋਮੀਨੇਟ ਕੀਤਾ ਗਿਆ ਸੀ CM ਵਾਸਤੇ ਅਤੇ ਜ਼ਿਆਦਾਤਰ ਲੋਕਾਂ ਨੇ ਕਿਹਾ ਸੀ ਕਿ ਜੀ ਕਿ ਜੋ ਹਕੂਮਤ ਸ਼ਹਿਬਾਜ਼ ਸ਼ਰੀਫ ਸਾਹਿਬ ਕਰ ਗਏ ਨੇ ਉਹ ਹੁਣ ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਉਦੋਂ ਬਾਅਦ ਉਹ ਉਸਮਾਨ ਬੁਜ਼ਦਾਰ ਨੂੰ ਲੈ ਕੇ ਆਇਆ ਇਮਰਾਨ ਖਾਨ ਅਤੇ ਇਮਰਾਨ ਖਾਨ ਦਾ ਉਹ ਜਿਹੜਾ ਲਿਆਇਆ ਹੋਇਆ ਬੰਦਾ ਸੀ ਉਹ 4 ਸਾਲ ਜਿਹੜਾ ਉਹਨੇ ਪੰਜਾਬ ਦਾ ਬੇੜਾ ਗਰਕ ਕੀਤਾ। ਉਹ ਫਿਰ ਪੰਜਾਬ ਨੇ ਜਿਹੜਾ ਨਾ ਦੇਖਿਆ, ਆਪਣੀ ਅੱਖਾਂ ਨਾਲ ਮਹਿਸੂਸ ਕੀਤਾ ਅਤੇ ਜ਼ਿਆਦਾਤਰ ਲੋਕਾਂ ਨੇ ਜਿਹੜਾ ਸੀ ਨਾ ਉਹਨਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਉਹ ਗੁੱਸੇ ਦਾ ਇਜ਼ਹਾਰ ਵੋਟ ਦੀ ਸ਼ਕਲ ਦੇ ਵਿੱਚ ਕੀਤਾ ਅਤੇ ਉਹਨਾਂ ਨੇ ਵੋਟ ਪਾਏ ਮੁਸਲਿਮ ਲੀਗ ਨੂਨ ਨੂੰ ਅਤੇ ਇਲੈਕਟ ਕੀਤਾ ਮਰੀਮ ਨਵਾਜ਼ ਸਾਹਿਬਾ ਨੂੰ ਐਜ਼ CM ਪੰਜਾਬ। ਹੁਣ ਅੱਜ ਇੱਕ ਸਰਵੇ ਹੋਇਆ ਮਰੀਮ ਨਵਾਜ਼ ਸਾਹਿਬਾ ਦੀ ਕਾਰਕਰਦਗੀ ਦੇ ਉੱਤੇ 70% ਲੋਕਾਂ ਨੇ 70% ਆਲ ਅਕਰੋਸ ਪੰਜਾਬ, ਠੀਕ ਹੈ, ਇਹ ਸਿਰਫ ਇੱਕ ਸ਼ਹਿਰ ਜਾਂ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ, ਪੂਰੇ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਪੂਰੇ ਪੰਜਾਬ ਦੇ ਲੋਕਾਂ ਨੇ ਜਿਹੜਾ ਨਾ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਅਤੇ 70% ਲੋਕਾਂ ਨੇ ਜਿਹੜਾ ਨਾ ਮਰੀਮ ਨਵਾਜ਼ ਸਾਹਿਬਾ ਦੀ ਕਾਰਕਰਦਗੀ ਨੂੰ ਬਿਹਤਰ ਤੋਂ ਬਿਹਤਰ ਸਮਝਿਆ। ਠੀਕ ਹੈ। ਪਿਛਲੀ ਜਿੰਨੀਆਂ ਵੀ ਹਕੂਮਤਾਂ ਗੁਜ਼ਰੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨਾਲੋਂ ਜਿਹੜਾ ਨਾ ਉਹਨਾਂ ਨੇ ਕਿਹਾ ਕਿ ਬਿਹਤਰੀਨ ਦੌਰ ਜਾ ਰਿਹਾ ਜਿਹੜਾ ਮਰੀਮ ਨਵਾਜ਼ ਸਾਹਿਬਾ ਦਾ ਦੌਰ ਜਾ ਰਿਹਾ। ਹੁਣ ਤੁਸੀਂ ਦੇਖੋ ਕਿ ਲੋਕ ਕੁਝ ਕਹਿ ਰਹੇ ਸਨ, ਬਲਕਿ ਜ਼ਿਆਦਾਤਰ ਇਹੀ ਕਹਿ ਰਹੇ ਸਨ ਕਿ ਜੀ ਕਿ ਨਹੀਂ ਮਰੀਮ ਨਵਾਜ਼ ਸਾਹਿਬਾ ਨੂੰ ਕੁਛ ਵੀ ਨਹੀਂ ਪਤਾ, ਉਹ ਡਿਲੀਵਰ ਨਹੀਂ ਕਰ ਸਕਣਗੀ, ਉਹ ਤਾਂ ਇੱਕ ਘਰੇਲੂ ਖਤੂਨ ਹੈਗੀ ਹੈ, ਠੀਕ ਹੈ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੈਗਾ ਅਤੇ ਮੁਸ਼ਕਿਲ ਹੋ ਜਾਏਗਾ ਅਤੇ ਯਾਨੀ ਕਿ 100 ਕਿਸਮ ਦੀਆਂ ਗੱਲਾਂ ਹੋਈਆਂ ਸਨ। ਲੇਕਿਨ ਜਦੋਂ ਵਜ਼ੀਰ ਆਲਾ ਪੰਜਾਬ ਬਣਾਇਆ ਗਿਆ ਮਰੀਮ ਨਵਾਜ਼ ਸਾਹਿਬਾ ਨੂੰ ਅਤੇ ਫਿਰ ਇਹਨਾਂ ਨੇ ਨਾ ਦਿਨ ਦੇਖਿਆ ਨਾ ਰਾਤ ਦੇਖਿਆ, ਨਾ ਧੁੱਪ ਦੇਖੀ ਨਾ ਛਾਂ ਦੇਖੀ, ਨਾ ਬਾਰਿਸ਼ ਦੇਖੀ ਨਾ ਤੂਫਾਨ ਦੇਖਿਆ। ਇਹਨਾਂ ਨੇ ਜਿਹੜਾ ਨਾ ਆਪਣਾ ਇੱਕ ਜ਼ਿੰਮੇਦਾਰੀ ਦਾ ਅਹਿਸਾਸ ਕੀਤਾ ਅਤੇ ਆਪਣੇ ਜੋ ਜਿਹੜੇ ਵਾਲਿਦ ਸਾਹਿਬ ਸਨ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਉਹਨਾਂ ਦੇ ਵਿਜ਼ਨ ਨੂੰ ਅਤੇ ਆਪਣੇ ਚਾਚਾ ਜੀ ਸ਼ਹਿਬਾਜ਼ ਸ਼ਰੀਫ ਸਾਹਿਬ ਉਹਨਾਂ ਦੇ ਵਿਜ਼ਨ ਨੂੰ ਨਾਲ ਲੈ ਕੇ ਚਲੇ, ਉਹਨਾਂ ਦੀ ਰਹਿਨੁਮਾਈ ਹਾਸਿਲ ਕਰਦੇ ਰਹੇ ਅਤੇ ਉਹਨਾਂ ਦੀ ਰਹਿਨੁਮਾਈ ਦੇ ਜ਼ਰੀਏ ਹੀ ਜਿਹੜਾ ਨਾ ਅੱਜ ਉਹ ਪੰਜਾਬ ਨੂੰ ਡਿਲੀਵਰ ਕਰ ਪਾਏ ਨੇ। ਤੁਸੀਂ ਦੇਖੋ ਕਿ ਹੁਣ ਤੱਕ ਜਿਹੜਾ ਨਾ ਮਰੀਮ ਨਵਾਜ਼ ਸਾਹਿਬਾ ਨੇ ਤਕਰੀਬਨ 100 ਦੇ ਕਰੀਬ ਜਾਂ 100 ਤੋਂ ਉੱਤੇ ਜਿਹੜੇ ਨੇ ਨਾ ਪ੍ਰੋਜੈਕਟ ਲਾਂਚ ਕਰ ਦਿੱਤੇ ਨੇ ਅਤੇ ਇਹ ਸਾਰੇ ਉਹ ਪ੍ਰੋਜੈਕਟ ਹੈਗੇ ਨੇ ਜਿਹੜੇ ਕਿ ਆਵਾਮ ਦੀ ਫਲਾਹ ਬਹਿਬੂਦ ਵਾਸਤੇ ਹੈਗੇ ਨੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਪ੍ਰੋਜੈਕਟ ਨੇ ਉਹ ਕੰਪਲੀਟ ਵੀ ਹੋ ਚੁੱਕੇ ਨੇ, ਮੁਕੰਮਲ ਹੋ ਚੁੱਕੇ ਨੇ, ਜਿਹਦੀ ਵਜ੍ਹਾ ਨਾਲ ਆਵਾਮ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਖੁਸ਼ ਹੈਗੀ। ਇਹਨਾਂ ਸਾਰਿਆਂ ਪ੍ਰੋਜੈਕਟ ਦੇ ਵਿੱਚ ਜਿੰਨੇ ਵੀ ਮਨਸੂਬੇ ਮਰੀਮ ਨਵਾਜ਼ ਸਾਹਿਬਾ ਨੇ ਲਾਂਚ ਕੀਤੇ ਨੇ ਇਹਦੇ ਵਿੱਚ ਜਿਹੜਾ ਸਭ ਤੋਂ ਬਿਹਤਰੀਨ ਮਨਸੂਬਾ ਹੈ, ਉਂਝ ਤੇ ਸਾਰੇ ਮਨਸੂਬੇ ਅੱਛੇ ਨੇ, ਸਿਹਤ ਦੇ ਹਵਾਲੇ ਨਾਲ, ਤਾਲੀਮ ਦੇ ਹਵਾਲੇ ਨਾਲ, ਠੀਕ ਹੈ, ਅਤੇ ਮਹਿੰਗਾਈ ਦੇ ਹਵਾਲੇ ਨਾਲ ਹਰ ਕਿਸਮ ਦੇ ਮਨਸੂਬੇ ਜਿਹੜੇ ਨਾਲ ਬਹੁਤ ਆਪਣੀ ਜਗ੍ਹਾ
ਜ਼ਬਰਦਸਤ ਹੈਗੇ ਨੇ ਅਤੇ ਆਵਾਮ ਨੂੰ ਜਿਹੜਾ ਨਾ ਉਹਦਾ ਜਿਹੜਾ ਨਾ ਕਿ ਉਹ ਸਹੂਲਤ ਮਿਲ ਰਹੀ ਹੈ, ਆਵਾਮ ਉਹਦੇ ਕੋਲੋਂ ਫਾਇਦਾ ਉਠਾ ਰਹੇ ਨੇ। ਲੇਕਿਨ ਇੱਕ ਮਨਸੂਬਾ ਜਿਹੜਾ ਐਸਾ ਜਿਹਦੀ ਤਾਰੀਫ ਪੂਰੀ ਦੁਨੀਆ ਦੇ ਵਿੱਚ ਕੀਤੀ ਜਾ ਰਹੀ ਹੈ, ਉਹ ਹੈਗਾ ਸੁਥਰਾ ਪੰਜਾਬ। ਅਤੇ ਸੁਥਰਾ ਪੰਜਾਬ ਦੇ ਹਵਾਲੇ ਨਾਲ ਪੂਰਾ ਪੰਜਾਬ ਜਿਹੜਾ ਨਾ ਉਹ ਮਰੀਅਮ ਨਵਾਜ਼ ਸਾਹਿਬਾ ਦੀ ਤਾਰੀਫ ਕਰ ਰਿਹਾ ਕਿ ਇਹਨਾਂ ਨੇ ਇਹ ਜਿਹੜਾ ਕੰਮ ਕੀਤਾ ਨਾ ਕਿ ਜਿਹੜੀ ਗੰਦਗੀ ਦੇ ਢੇਰ ਲੱਗੇ ਹੋਏ ਸਨ, ਜਗ੍ਹਾ ਜਗ੍ਹਾ ਕੂੜਾ ਕਰਕਟ ਹੈਗਾ ਸੀ, ਠੀਕ ਹੈ, ਅਤੇ ਆਵਾਮ ਬੜੀ ਤੰਗ ਸੀ, ਬੜੀ ਪਰੇਸ਼ਾਨ ਹੈਗੀ ਸੀ ਕਿ ਕੀ ਕਰੀਏ, ਕਿੱਥੇ ਜਾਈਏ, ਕੋਈ ਵਾਲੀ ਵਾਰਿਸ ਨਹੀਂ ਹੈਗਾ। 4 ਸਾਲ ਜਿਹੜਾ ਸੂਬਾ ਸੀ ਉਹ ਬੇਯਾਰੋ ਮਦਦਗਾਰ ਰਿਹਾ। ਲੇਕਿਨ ਮਰੀਅਮ ਨਵਾਜ਼ ਸਾਹਿਬਾ ਨੇ ਜਿਸ ਤਰ੍ਹਾਂ ਫਿਰ ਇੱਕ ਜ਼ਿੰਮੇਦਾਰੀ ਦਾ ਅਹਿਸਾਸ ਕੀਤਾ ਅਤੇ ਬੇਟੀ ਬਣ ਕੇ ਅਤੇ ਪੂਰੇ ਪੰਜਾਬ ਦੀ ਖਿਦਮਤ ਕੀਤੀ ਹੈ ਅਤੇ ਸਫਾਈ ਦਾ ਜਿਹੜਾ ਇੰਤਜ਼ਾਮ ਬਿਹਤਰ ਕੀਤਾ, ਉਹ ਅੱਜ ਪੂਰੀ ਦੁਨੀਆ ਦੇਖ ਰਹੀ ਹੈ। ਅਤੇ ਪੰਜਾਬ ਦੇ ਜਿਹੜੇ ਆਵਾਮ ਹੈ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਹੈ ਕਿ ਜੀ ਸੁਥਰਾ ਪੰਜਾਬ ਜਿਹੜਾ ਨਾ ਉਹ ਇੱਕ ਐਸਾ ਮਨਸੂਬਾ ਹੈ ਕਿ ਜਿਹਦੀ ਵਜ੍ਹਾ ਨਾਲ ਅਸੀਂ ਸਾਰੇ ਜਿਹੜੇ ਹੈਗੇ ਨਾ ਇੰਸ਼ਾ ਅੱਲਾਹ ਤਾਲਾ ਆਉਣ ਵਾਲੇ ਇਲੈਕਸ਼ਨ ਨੇ ਉਹ ਅਸੀਂ ਵੋਟ ਜਿਹੜਾ ਨਾ ਮਰੀਅਮ ਨਵਾਜ਼ ਸਾਹਿਬਾ ਯਾਨੀ ਕਿ ਮੁਸਲਿਮ ਲੀਗ ਨੂਨ ਨੂੰ ਪਾਵਾਂਗੇ ਅਤੇ ਦੁਬਾਰਾ ਇਹਨਾਂ ਨੂੰ ਇਕਤਦਾਰ ਦੇ ਵਿੱਚ ਲੈ ਕੇ ਆਵਾਂਗੇ। ਦੇਖੋ ਮਹਿੰਗਾਈ ਦੇ ਲਿਹਾਜ਼ ਨਾਲ ਵੀ ਮਰੀਅਮ ਨਵਾਜ਼ ਸਾਹਿਬਾ ਨੇ ਬੜੀ ਕੋਸ਼ਿਸ਼ ਕੀਤੀ ਕਿ ਮਹਿੰਗਾਈ ਨਾ ਵਧੇ ਅਤੇ ਘੱਟ ਰਹੇ। ਫਿਰ ਤੁਸੀਂ ਦੇਖੋਗੇ ਕਿ ਪੈਟਰੋਲ ਜਦੋਂ ਮਹਿੰਗਾ ਹੁੰਦਾ ਤਾਂ ਮਰੀਅਮ ਨਵਾਜ਼ ਸਾਹਿਬਾ ਉਦੋਂ ਵੀ ਆਪਣਾ ਜਿਹੜਾ ਨਾ ਅਹਿਮ ਕਿਰਦਾਰ ਅਦਾ ਕਰਦੇ ਨੇ ਅਤੇ ਆਵਾਮ ਕੋਲੋਂ ਮੁਤਾਲਬਾ ਕਰਦੇ ਨੇ ਕਿ ਤੁਸੀਂ ਆਪਣੀ ਜਿਹੜੀ ਪਰਸਨਲ ਤੁਹਾਡੀ ਜਿਹੜੀ ਟਰਾਂਸਪੋਰਟ ਹੈ ਉਹਨੂੰ ਲੋਕਅਪ ਕਰੋ ਅਤੇ ਆਇਓ ਅਤੇ ਤੁਸੀਂ ਜਿਹੜੀ ਪਬਲਿਕ ਟਰਾਂਸਪੋਰਟ ਹੈਗੀ ਹੈ ਉਹਨੂੰ ਇਸਤੇਮਾਲ ਕਰੋ ਅਤੇ ਫ੍ਰੀ ਐਂਡ ਕੋਸਟ, ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਏਗਾ। ਅਤੇ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਕ੍ਰੈਡਿਟ ਜਿਹੜਾ ਨਾ ਇਹ ਮਰੀਅਮ ਨਵਾਜ਼ ਸਾਹਿਬਾ ਨੂੰ ਜਾਣਾ ਚਾਹੀਦਾ, ਠੀਕ ਹੈ। ਅਤੇ ਜਨਾਬ 70% ਲੋਕਾਂ ਨੇ ਜਿਹੜਾ ਨਾ ਮਰੀਅਮ ਨਵਾਜ਼ ਸਾਹਿਬਾ ਦੇ ਦੌਰੇ ਹਕੂਮਤ ਨੂੰ ਬਿਹਤਰੀਨ ਕਿਹਾ। ਉਹਦੇ ਵਿੱਚ 70% ਦੇ ਵਿੱਚੋਂ 32% ਐਸੇ ਨੇ ਜਿਨ੍ਹਾਂ ਨੇ ਕਿਹਾ ਕਿ ਸੁਪਰ ਹੁਕੂਮਤ ਹੈ, ਸੁਪਰ ਡੂਪਰ ਹੁਕੂਮਤ ਜਾ ਰਹੀ ਹੈ। 32% ਇਹ ਜਨਾਬ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਇਹ ਸਰਵੇ ਹੈਗਾ, ਉਹ ਪੜ੍ਹ ਕੇ ਤਾਂ ਮੈਂ ਕਹਿ ਰਿਹਾ, ਤੁਸੀਂ ਆਪ ਵੀ ਪੜ੍ਹ ਸਕਦੇ ਹੋ, ਆਪ ਵੀ ਦੇਖ ਸਕਦੇ ਹੋ, ਮਾਰਕੀਟ ਦੇ ਵਿੱਚ ਉਹ ਸਰਵੇ ਆਇਆ ਹੋਇਆ ਅਤੇ ਤੁਸੀਂ ਚੈੱਕ ਕਰ ਲਓ ਤਾਂ ਤੁਹਾਨੂੰ ਮੇਰੀ ਗੱਲ ਜਿਹੜੀ ਨਾ ਬਿਲਕੁਲ ਠੀਕ ਮਾਲੂਮ ਹੋਏਗੀ। ਅਤੇ 32% ਲੋਕਾਂ ਨੇ ਕਿਹਾ ਕਿ ਜੀ ਸੁਪਰ ਡੂਪਰ ਹੁਕੂਮਤ ਜਾ ਰਹੀ ਹੈ ਮਰੀਅਮ ਨਵਾਜ਼ ਸਾਹਿਬਾ ਦੀ, ਅਤੇ 70% ਲੋਕ ਜਿਹੜੇ ਨੇ ਨਾ ਉਹ 100% ਜਿਹੜੇ ਨੇ ਮੁਤਮੀਨ ਜਾ ਰਹੇ ਨੇ। ਇਹ ਤਾਂ ਹੋ ਗਈ ਮਰੀਅਮ ਨਵਾਜ਼ ਸਾਹਿਬਾ ਦੀ ਕਾਰਕਰਦਗੀ ਦੇ ਬਾਰੇ 'ਚ ਰਿਪੋਰਟ। ਦੂਸਰੀ ਖਬਰ ਹੈਗੀ ਹੈ ਜਨਾਬ ਕਿ ਜਿਹੜਾ ਈਰਾਨ ਅਤੇ ਅਮਰੀਕਾ ਦੇ ਜਿਹੜੇ ਮੁਜ਼ਾਕਰਾਤ ਨੇ ਕਿ ਹੁਣ ਜਿਹੜੇ ਸਾਜ਼ਿਸ਼ੀ ਜਿਹੜੀ ਥਿਊਰੀ ਹੈਗੀ ਹੈ, ਜਿਹੜੇ ਪਾਕਿਸਤਾਨ ਦੇ ਦੁਸ਼ਮਣ ਨੇ ਅਤੇ ਪਾਕਿਸਤਾਨ ਦੇ ਅਮਨ ਦੇ ਜਿਹੜੇ ਦੁਸ਼ਮਣ ਹੈਗੇ ਨੇ, ਉਹ ਚਾਹੇ ਯੂਥੀਏ ਨੇ, ਚਾਹੇ ਉਹ ਮੂਦੀਏ ਨੇ ਅਤੇ ਚਾਹੇ ਉਹ ਯਹੂਦੀਏ ਨੇ, ਠੀਕ ਹੈ। ਇਹ ਜਿਹੜੇ ਨੇ ਨਾ ਇਹਨਾਂ ਨੇ ਜੀ ਉਹ ਆਪਣਾ ਤਹੀਆ ਕੀਤਾ ਹੋਇਆ ਕਿ ਜੀ ਅਸੀਂ ਹਮੇਸ਼ਾ ਨੈਗੇਟਿਵ ਖਬਰਾਂ ਹੀ ਫੈਲਾਉਣੀਆਂ ਨੇ ਅਤੇ ਮੁਸਬਤ ਖਬਰਾਂ ਨਹੀਂ ਫੈਲਾਉਣੀਆਂ। ਹੁਣ ਇਹ ਕਹਿ ਰਹੇ ਨੇ ਕਿ ਲੋ ਜੀ ਮੁਜ਼ਾਕਰਾਤ ਖਤਮ ਹੋ ਗਏ, ਡੈਡਲੌਕ ਹੋ ਗਿਆ, ਫਲਾਣਾ ਟਮਕਾਣਾ, ਜੰਗ ਛਿੜਨ ਲੱਗੀ ਹੈ ਅਤੇ ਉਹ ਤਾਂ ਫਲਾਣਾ ਟਮਕਾਣਾ। ਮੇਰੀ ਗੁਜ਼ਾਰਿਸ਼ ਹੈਗੀ ਹੈ, ਜੋ ਮੇਰੇ ਕੋਲ ਮਾਲੂਮਾਤ ਨੇ ਮੈਂ ਤੁਹਾਨੂੰ ਉਹਦੇ ਮੁਤਾਬਿਕ ਕਹਿ ਰਿਹਾ ਕਿ 15 ਰੋਜ਼ਾ ਸੀਜ਼ ਫਾਇਰ ਹੈਗਾ ਅਤੇ ਇਹ ਕਾਇਮ ਰਹਿਣਾ ਹੈ ਅਤੇ ਇਹਦੀ ਕੋਈ ਵਾਇਲੇਸ਼ਨ ਨਹੀਂ ਕਰ ਸਕਦਾ। ਜੇ ਇਹਦੀ ਕੋਈ ਵਾਇਲੇਸ਼ਨ ਕਰੇਗਾ ਤਾਂ ਫਿਰ ਉਹ ਆਪਣੇ ਨਤੀਜੇ ਦਾ ਆਪ ਜ਼ਿੰਮੇਦਾਰ ਹੋਏਗਾ, ਠੀਕ ਹੈ। ਅਤੇ 15 ਰੋਜ਼ਾ 'ਤੇ ਜਿਹੜਾ ਨਾ ਸੀਜ਼ ਫਾਇਰ ਹੈਗਾ, ਉਹ ਤੋਂ ਬਾਅਦ ਜਿਹੜਾ ਨਾ ਫਿਰ ਦੇਖਾਂਗੇ ਕਿ ਹਾਂ ਵੀ ਕਿ ਕੀ ਜਿਹੜਾ ਨਾ ਰੁਖ ਕਿਸ ਤਰਫ ਜਾ ਰਿਹਾ ਹੈ, ਜਿਹੜਾ ਤਾਤੁਲ ਹੈਗਾ ਇਹਦਾ ਰੁਖ ਕਿਸ ਤਰਫ ਜਾ ਰਿਹਾ, ਜੰਗ ਵੱਲ ਜਾ ਰਿਹਾ ਹੈ ਕਿ ਅਮਨ ਵੱਲ ਜਾ ਰਿਹਾ ਕਿ ਮੁਜ਼ਾਕਰਾਤ ਵੱਲ ਜਾ ਰਿਹਾ। ਹੁਣ ਗੱਲ ਹੈਗੀ ਹੈ ਜਨਾਬੀ ਅਲੀ ਕਿ ਆਸਮਾਨੀ ਜੰਗ ਵੀ ਹੋ ਗਈ ਹੈ, ਜ਼ਮੀਨੀ ਵੀ ਜੰਗ ਵੀ ਹੋ ਗਈ ਹੈ, ਠੀਕ ਹੈ। ਹੁਣ ਜਿਹੜੀ ਤੀਸਰੀ ਜੰਗ ਜਿਹੜੀ ਚੱਲ ਰਹੀ ਹੈ ਨਾ ਜਾਂ ਚਲੇਗੀ, ਉਹ ਚਲੇਗੀ ਸਮੁੰਦਰੀ ਜੰਗ, ਠੀਕ ਹੈ। ਅਬਨਾਏ ਹੋਮਸ, ਸਟੇਟ ਆਫ ਹੋਮਸ, ਠੀਕ ਹੈ। ਉਹ ਪਾਣੀ ਦੇ ਵਿੱਚ ਹੀ ਹੈ, ਪਾਣੀ ਦੇ ਥੱਲੇ, ਸਮੁੰਦਰ ਦੇ ਥੱਲੇ, ਅਤੇ ਜਨਾਬੇ ਆਲੀ ਉਹ ਜੰਗ ਚਲੇਗੀ, ਠੀਕ ਹੈ। ਅਮਰੀਕਾ ਨੇ ਜਿਹੜਾ ਨਾ ਐਲਾਨ ਕਰ ਦਿੱਤਾ ਕਿ ਅਸੀਂ ਹੁਣ ਮੁਹਾਸਰਾ ਕਰਨ ਲੱਗਿਆ ਅਬਨਾਏ ਹੋਮਸ ਦਾ, ਅਤੇ ਜਿੱਥੇ ਜਿੱਥੇ ਈਰਾਨ ਨੇ ਆਪਣਾ ਉਹ ਵਿਛਾਇਆ ਹੋਏ ਨੇ ਮਾਈਨਸ ਵਗੈਰਾ, ਠੀਕ ਹੈ, ਅਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਨਾ ਉਹ ਡੀਐਕਟੀਵੇਟ ਕਰਾਂਗੇ, ਉਹਨਾਂ ਨੂੰ ਡਿਫਿਊਜ਼ ਕਰਾਂਗੇ ਅਤੇ ਉਹ ਜਿਹੜਾ ਨਾ ਉਹਨਾਂ ਨੂੰ ਜਿਹੜਾ ਨਕਾਰਾ ਬਣਾ ਦਿਆਂਗੇ ਤਾਂ ਕਿ ਹਰ ਕੋਈ ਉੱਥੋਂ ਆਸਾਨੀ ਨਾਲ ਗੁਜ਼ਰ ਸਕੇ। ਬਲਕਿ ਅਮਰੀਕਾ ਜਿਹੜਾ ਨਾ ਆਪਣਾ ਕੰਟਰੋਲ ਉੱਥੇ ਕਰਨਾ ਚਾਹ ਰਿਹਾ, ਉਹ ਆਪਣੀ ਇਜਾਰਾਦਾਰੀ ਉੱਥੇ ਕਾਇਮ ਕਰਨਾ ਚਾਹ ਰਿਹਾ। ਹੁਣ ਇਸ ਹਵਾਲੇ ਨਾਲ ਉਹ ਕਹਿ ਰਿਹਾ ਕਿ ਜੀ ਕਿ ਮੈਂ ਆਪਣੇ ਇਤਿਹਾਦੀ ਜਿਹੜੇ ਨੇ ਨਾ ਉਹਨਾਂ ਦੇ ਨਾਲ ਰਾਬਤਾ ਕਰਾਂਗਾ, ਉਹਨਾਂ ਦੇ ਨਾਲ ਮਿਲ ਕੇ ਇੱਕ ਫੌਜ ਇੱਕ ਤਰਤੀਬ ਦਿਆਂਗਾ, ਇੱਕ ਵੱਡੀ ਸਾਰੀ ਫੌਜ ਕਿ ਜਿਹੜੀ ਮਿਲ ਕੇ ਈਰਾਨ ਦੇ ਉੱਤੇ ਹਮਲਾ ਕਰੇਗੀ ਸਮੁੰਦਰ ਦੇ ਵਿੱਚ, ਠੀਕ ਹੈ।
ਤੇ ਉਹਦੇ 'ਚ ਹਮਲਾ ਕਰਕੇ ਤੇ ਫਿਰ ਅਸੀਂ ਜਿਹੜਾ ਨਾ ਅਬਨਾਏ ਹੋਮਸ ਦਾ ਕੰਟਰੋਲ ਸੰਭਾਲਾਂਗੇ ਤੇ ਫਿਰ ਸਾਡੀ ਆਪਣੀ ਇਜਾਰਾਦਾਰੀ ਕਾਇਮ ਹੋ ਜਾਏਗੀ। ਇਸ ਹਵਾਲੇ ਨਾਲ ਜਿਹੜੇ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਇੱਕ ਟਵੀਟ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਸਾਡਾ ਈਰਾਨ ਤੇ ਅਮਰੀਕਾ ਦੀ ਜੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਅਬਨਾਏ ਹੋਮਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ। ਤੇ ਅਸੀਂ ਇਸ ਜੰਗ ਦਾ ਜਾਂ ਇਸ ਮਨਸੂਬੇ ਦਾ ਹਿੱਸਾ ਨਹੀਂ ਬਣਾਂਗੇ, ਠੀਕ ਹੈ। ਸਟਾਰਮਰ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਮੁਲਕ ਨੂੰ ਪਹਿਲੇ ਦੇਖਣਾ ਤੇ ਆਪਣੀ ਆਵਾਮ ਨੂੰ ਪਹਿਲੇ ਦੇਖਣਾ ਕਿ ਮੇਰਾ ਮੁਲਕ ਤੇ ਮੇਰੀ ਆਵਾਮ ਜਿਹੜੀ ਮੇਰੇ ਕੋਲੋਂ ਕੀ ਉਮੀਦ ਲਾਏ ਬੈਠੇ ਨੇ, ਤੇ ਲਿਹਾਜ਼ਾ ਮੈਨੂੰ ਸਿਰਫ ਜਿਹੜਾ ਨਾ ਇਸ ਚੀਜ਼ ਦਾ ਨਾਲ ਗਰਜ਼ ਹੈਗੀ ਹੈ। ਬਾਕੀ ਜਿਹੜਾ ਅਬਨਾਏ ਹੋਮਸ ਦੇ ਹਵਾਲੇ ਨਾਲ ਜੋ ਗੱਲਾਂ ਟਰੰਪ ਕਰ ਰਿਹਾ ਉਹਦਾ ਜਿਹੜਾ ਨਾ ਮੈਨੂੰ ਕੋਈ ਜਿਹੜਾ ਨਾ ਕੋਈ ਸ਼ੌਕ ਨਹੀਂ ਹੈਗਾ, ਤੇ ਮੈਂ ਇਸ ਚੀਜ਼ ਦਾ ਕੋਈ ਹਿੱਸਾ ਬਣਨ ਨੂੰ ਤਿਆਰ ਨਹੀਂ ਹੈਗਾ। ਤੇ ਉਹਦੀ ਜਿਹੜੀ ਸਟਾਰਮਰ ਸਾਹਿਬ ਦੀ ਟਵੀਟ ਹੈਗੀ ਹੈ ਉਹ ਵਾਜ਼ਿਹ ਹੈਗੀ ਹੈ, ਲਾਊਡ ਐਂਡ ਕਲੀਅਰ ਹੈਗੀ ਹੈ, ਤੇ ਉਹਨਾਂ ਨੇ ਜਿਹੜਾ ਨਾ ਦੋ ਟੋਕ ਅਲਫਾਜ਼ਾਂ ਦੇ ਵਿੱਚ ਇਨਕਾਰ ਕਰ ਦਿੱਤਾ। ਬਾਕੀ ਹੁਣ ਦੇਖੋ ਦੂਸਰੇ ਜਿਹੜੇ ਯੂਰਪੀਅਨ ਮਮਾਲਿਕ ਨੇ ਉਹਨਾਂ ਦਾ ਕੀ ਰੱਦੀ ਅਮਲ ਆਉਂਦਾ ਹੈ। ਯੂਰਪੀਅਨ ਜਿਹੜੇ ਮਮਾਲਿਕ ਨੇ ਉਹ ਜ਼ਿਆਦਾਤਰ ਇੰਗਲੈਂਡ ਯਾਨੀ ਕਿ UK ਨੂੰ ਦੇਖਦੇ ਨੇ ਕਿ ਉਹਦਾ ਰੁਝਾਨ ਕਿਸ ਤਰਫ ਹੈਗਾ। ਜੇ ਉਹਦਾ ਰੁਝਾਨ ਜਿਹੜਾ ਨਾ ਅਮਰੀਕਾ ਦੇ ਵੱਲ ਨਹੀਂ ਹੁੰਦਾ ਨਾ ਤੇ ਫਿਰ ਯੂਰਪ ਵੀ ਜਿਹੜਾ ਨਾ ਉਹ ਵੀ ਕੰਨੀ ਕਤਰਾ ਜਾਂਦਾ, ਉਹ ਵੀ ਕਹਿੰਦਾ ਕਿ ਭਾਈ ਅਸੀਂ ਵੀ ਇਹਦਾ ਹਿੱਸਾ ਨਹੀਂ ਬਣ ਰਹੇ। ਦੇਖੋ ਜਦੋਂ ਜੰਗ ਲੱਗੀ ਹੋਈ ਸੀ ਤੇ ਉਦੋਂ ਵੀ ਕਿਸੇ ਵੀ ਯੂਰਪੀ ਮਮਾਲਿਕ ਨੇ ਇਹਦਾ ਅਮਰੀਕਾ ਦੇ ਨਾਲ ਸ਼ਿਰਕਤ ਨਹੀਂ ਕੀਤੀ, ਤੇ ਆਪਣਾ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੋ, ਸਾਨੂੰ ਕਿਸੇ ਜੰਗ ਦੇ ਵਿੱਚ ਇਨਵੋਲਵ ਮਤ ਕਰੋ। ਤੇ ਹੁਣ ਵੀ ਮੈਨੂੰ ਇਹੀ ਲੱਗ ਰਿਹਾ ਕਿ ਅਬਨਾਏ ਹੋਮਸ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਨਾ ਅਮਰੀਕਾ ਇਸ ਵਕਤ ਤੱਕ ਤੇ ਇਕੱਲਾ ਹੀ ਹੈ। ਜਿਹੜੀ ਕਿ ਟਵੀਟ ਸਾਹਮਣੇ ਆਈ ਹੈ ਕੇਟ ਸਟਾਰਮਰ ਸਾਹਿਬ ਦੀ, ਤੇ ਉਸ ਹਵਾਲੇ ਨਾਲ ਤੇ ਮੈਨੂੰ ਇਹੀ ਲੱਗ ਰਿਹਾ ਕਿ ਅਮਰੀਕਾ ਹਲੇ ਤੱਕ ਇਕੱਲਾ ਹੈ। ਅੱਗੇ ਆਉਣ ਵਾਲੇ ਵਕਤਾਂ 'ਚ ਕੀ ਹੁੰਦਾ ਯੂ ਨੈਵਰ ਨਾਓ ਕਿ ਕੌਣ ਕਿੱਥੇ ਜਾਏ, ਕਿਹਦੇ ਨਾਲ ਖੜਾ ਹੋਏ, ਤੇ ਲਿਹਾਜ਼ਾ ਇਹਦੇ ਬਾਰੇ 'ਚ ਜਿਹੜਾ ਨਾ ਮੈਂ ਮਜ਼ੀਦ ਕੁਝ ਕਹਿ ਨਹੀਂ ਸਕਦਾ। ਜੋ ਅੱਗੇ ਹਾਲਾਤ ਹੋਣਗੇ ਉਹ ਫਿਰ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ। ਹੁਣ ਤੱਕ ਜਿਹੜੀ ਖਬਰ ਸੀ ਉਹ ਮੈਂ ਤੁਹਾਨੂੰ ਦੇ ਦਿੱਤੀ ਹੈ ਕਿ ਜਨਾਬ ਕਿ ਅਮਰੀਕਾ ਨੇ ਮੁਹਾਸਰਾ ਕੀਤਾ ਹੋਇਆ ਤੇ ਉਹ ਮਜ਼ੀਦ ਜਿਹੜਾ ਨਾ ਡਿਮਾਂਡ ਕਰ ਰਿਹਾ ਆਪਣੇ ਇਤਿਹਾਦੀਆਂ ਕੋਲੋਂ ਕਿ ਉਹ ਵੀ ਉਹਦੇ 'ਚ ਸ਼ਾਮਿਲ ਹੋਣ ਤੇ ਮਿਲ ਕੇ ਜਿਹੜਾ ਨਾ ਈਰਾਨ ਨੂੰ ਸ਼ਿਕਸਤ ਦਈਏ ਤੇ ਅਬਨਾਏ ਹੋਮਸ ਦੇ ਉੱਤੇ ਕਬਜ਼ਾ ਕਰ ਲਈਏ। ਮਰੀਮ ਨਵਾਜ਼ ਦੀ ਕਾਰਕਰਦਗੀ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤੀ, ਤੇ ਈਰਾਨ ਤੇ ਅਮਰੀਕਾ ਦੇ ਜਿਹੜੀ ਜੰਗ ਹੈਗੀ ਹੈ ਉਹਦੇ ਉੱਤੇ ਵੀ ਤੁਹਾਡੇ ਨਾਲ ਗੁਫ਼ਤਗੂ ਕਰ ਦਿੱਤੀ ਹੈ। ਤੇ ਇੰਸ਼ਾ ਅੱਲਾਹ ਤਾਲਾ ਜੂੰ ਹੀ ਹੋਰ ਕੋਈ ਖਬਰ ਆਉਂਦੀ ਹੈ ਤੇ ਫਿਰ ਤੁਹਾਡੇ ਅੱਗੇ ਗੋਸ਼ਗੁਜ਼ਾਰ ਕਰਨੇ ਆ। ਆਪਣਾ ਵੀਲੌਗ ਇਸ ਨਾਰੇ ਦੇ ਨਾਲ ख़त्म करने पाकिस्तान हमेशा जिंदाबाद।